ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ। ਹਮ ਕੀਰੇ ਕਿਰਮਾ, ਹਮ ਕੀਰੇ ਕਿਰਮਾ, ਸਤਿਗੁਰ ਸ਼ਰਨਾਈ। ਹਮ ਕੀਰੇ ਕਿਰਮਾ, ਸਤਿਗੁਰ ਸ਼ਰਨਾਈ। ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ। ਮੋਕੋ ਰਾਮ ਨਾਮ ਪਰਗਾਸ, ਮੇਰੇ ਮੀਤ ਗੁਰਦੇਵ। ਮੋਕੋ ਰਾਮ ਨਾਮ ਪਰਗਾਸ, ਗੁਰਮਤਿ ਨਾਮ ਗੁਰਮਤਿ ਨਾਮ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਦੇ ਦੀਵਾਨ ਦੇ ਅੰਦਰ ਆਪਾਂ ਇਸ ਇਤਿਹਾਸ ਦੀ ਲੜੀ ਨੂੰ ਵਿਚਾਰਿਆ ਸੀ। ਅਬਦੁਲ ਸਮੁੱਦ ਖਾਨ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ ਹੈ। ਜ਼ਕਰੀਆ ਖਾਨ ਵੱਲੋਂ 20,000 ਦੀ ਫੌਜ ਬਣਾਈ ਜਾਂਦੀ ਹੈ। 10,000 ਫੌਜ ਨੂੰ ਪਿੰਡਾਂ ਦੇ ਵਿੱਚ ਭੇਜਿਆ ਜਾਂਦਾ ਹੈ। 10,000 ਦੀ ਫੌਜ ਇਹ ਆਪਣੀ ਹਿਫਾਜ਼ਤ ਦੇ ਲਈ ਆਪਣੇ ਕੋਲ ਰੱਖਦਾ ਹੈ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਹਨ। ਉਸ ਤੋਂ ਬਾਅਦ ਸਿੱਖ ਆਪਣੇ ਤੌਰ 'ਤੇ ਸਰਕਾਰੀ ਖਜ਼ਾਨੇ ਲੁੱਟਦੇ ਹਨ, ਹਥਿਆਰਾਂ ਨੂੰ ਲੁੱਟਦੇ ਹਨ। ਆਖਰ ਜ਼ਕਰੀਆ ਖਾਨ ਜਦੋਂ ਸਿੱਖਾਂ ਨੂੰ ਨਹੀਂ ਖਤਮ ਕਰ ਪਾਉਂਦਾ, ਉਹ ਸਿੱਖਾਂ ਦੇ ਨਾਲ ਇੱਕ ਸਮਝੌਤਾ ਕਰਦਾ ਹੈ। ਇੱਕ ਆਪਣੇ ਵੱਲੋਂ ਜੰਗੀਰ, ਇੱਕ ਆਪਣੇ ਵੱਲੋਂ ਨਵਾਬੀ ਦੀ ਪੇਸ਼ਕਸ਼ ਕਰਦਾ ਹੈ। ਸਿੱਖ ਉਸ ਦੀ ਇਸ ਪੇਸ਼ਕਸ਼ ਨੂੰ ਕਬੂਲ ਕਰਦੇ ਹਨ ਅਤੇ ਸਿੱਖ ਆਪਣੇ ਵਿੱਚੋਂ ਕਪੂਰ ਸਿੰਘ ਨੂੰ ਨਵਾਬ ਬਣਾ ਦਿੰਦੇ ਹਨ। ਕਪੂਰ ਸਿੰਘ ਫੈਜ਼ਲਪੁਰੀਆ ਇਸ ਨੂੰ ਨਵਾਬੀ ਦੀ ਖਿੱਲਤ ਪਹਿਨਾਈ ਜਾਂਦੀ ਹੈ। ਇਹ ਸਮਝੌਤਾ ਤਕਰੀਬਨ 4 ਮਹੀਨੇ ਚੱਲਿਆ। ਜ਼ਕਰੀਆ ਖਾਨ ਦਾ ਵਜ਼ੀਰ ਲਖਪਤ ਰਾਏ ਸਿੱਖਾਂ ਦੇ ਉੱਪਰ ਹਮਲਾ ਕਰਦਾ ਹੈ, ਜਿਸ ਕਰਕੇ ਇਹ ਸਮਝੌਤਾ ਖਤਮ ਹੋ ਜਾਂਦਾ ਹੈ, ਟੁੱਟ ਜਾਂਦਾ ਹੈ। ਕਿਉਂਕਿ ਇਹ ਸਮਝੌਤਾ ਹੋਇਆ ਹੀ ਇਸ ਗੱਲ ਦੇ ਉੱਪਰ ਸੀ ਵੀ ਤੁਹਾਨੂੰ ਅੰਮ੍ਰਿਤਸਰ ਦਾ ਇਲਾਕਾ ਦੇ ਦਿੱਤਾ ਜਾਵੇਗਾ,
ਤੁਸੀਂ ਉਸ ਇਲਾਕੇ ਦੇ ਵਿੱਚ ਆਜ਼ਾਦੀ ਦੇ ਨਾਲ ਵਿਚਰ ਸਕਦੇ ਹੋ ਅਤੇ ਉੱਥੋਂ ਦੀ ਜੋ 1 ਲੱਖ ਦੀ ਜੰਗੀਰ ਹੈ, ਜੋ 1 ਲੱਖ ਰੁਪਏ ਦੀ ਆਮਦਨ ਹੈ, ਉਹ ਤੁਹਾਡੀ ਹੋਵੇਗੀ। ਤੁਸੀਂ ਸਰਕਾਰੀ ਖਜ਼ਾਨੇ ਨਹੀਂ ਲੁੱਟਣੇ, ਹਕੂਮਤ ਵੱਲੋਂ ਤੁਹਾਡੇ ਤੇ ਕੋਈ ਹਮਲਾ ਨਹੀਂ ਕੀਤਾ ਜਾਣਾ। ਲੇਕਿਨ ਲਖਪਤ ਰਾਏ ਵੱਲੋਂ ਜੋ ਜ਼ਕਰੀਆ ਖਾਨ ਦਾ ਵਜ਼ੀਰ ਹੈ, ਸਿੱਖਾਂ 'ਤੇ ਹਮਲਾ ਕੀਤਾ ਜਾਂਦਾ। ਸਿੱਖ ਕਿਵੇਂ ਨਾ ਕਿਵੇਂ ਇਸ ਦਾ ਮੁਕਾਬਲਾ ਕਰਦੇ ਹਨ, ਇਸ ਨੂੰ ਹਰਾ ਦਿੱਤਾ ਜਾਂਦਾ ਜੰਗ ਦੇ ਵਿੱਚ। ਲੇਕਿਨ ਜੋ ਸਮਝੌਤਾ ਹੋਇਆ ਸੀ ਉਹ ਖਤਮ ਹੋ ਗਿਆ, ਉਹ ਟੁੱਟ ਗਿਆ। ਇਸ ਤੋਂ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰ ਜਦੋਂ ਇਹ ਸਮਝੌਤਾ ਖਤਮ ਹੋ ਗਿਆ, ਸਿੱਖਾਂ 'ਤੇ ਦੁਬਾਰੇ ਹਮਲੇ ਹੋਣੇ ਸ਼ੁਰੂ ਹੋ ਗਏ। ਸਿੱਖ ਦੁਬਾਰੇ ਫੇਰ ਜੰਗਲਾਂ ਦੇ ਵਿੱਚ ਚਲੇ ਗਏ। ਭਾਈ ਮਣੀ ਸਿੰਘ ਦਰਬਾਰ ਸਾਹਿਬ ਵਿਖੇ ਹਨ। ਉਹਨਾਂ ਨੇ ਇੱਕ ਆਪਣੇ ਵੱਲੋਂ ਉਪਰਾਲਾ ਕੀਤਾ। ਜ਼ਕਰੀਆ ਖਾਨ ਦੇ ਕੋਲ ਇੱਕ ਸੁਨੇਹਾ ਭਿਜਵਾਇਆ ਤੇ ਜ਼ਕਰੀਆ ਖਾਨ ਨੂੰ ਉਸ ਸੁਨੇਹੇ ਦੇ ਵਿੱਚ ਇਹ ਗੱਲ ਆਖੀ ਗਈ ਵੀ ਸਾਨੂੰ ਇਸ ਵਾਰ ਜੋ ਦੀਵਾਲੀ ਹੈ, ਇਸ ਦੀਵਾਲੀ ਦੇ ਉੱਪਰ ਸਰਬੱਤ ਖਾਲਸਾ ਕਰ ਲੈਣ ਦਿਓ। ਅਸੀਂ ਸਿੱਖਾਂ ਦੀ ਇਕੱਤਰਤਾ ਕਰਨੀ ਹੈ, ਅਸੀਂ ਇਕੱਠੇ ਹੋਣਾ ਚਾਹੁੰਦੇ ਹਾਂ ਤੇ ਸਾਨੂੰ ਇਸ ਵਾਰੀ ਦੀਵਾਲੀ 'ਤੇ ਸਰਬੱਤ ਖਾਲਸਾ ਕਰਨ ਦਿੱਤਾ ਜਾਵੇ। ਜ਼ਕਰੀਆ ਖਾਨ ਇਸ ਸੁਨੇਹੇ ਦਾ ਜਵਾਬ ਭੇਜਦਾ ਹੈ, ਤੁਸੀਂ ਆਪਣਾ ਸਰਬੱਤ ਖਾਲਸਾ ਕਰ ਸਕਦੇ ਹੋ ਦੀਵਾਲੀ ਦੇ ਉੱਪਰ, ਲੇਕਿਨ ਤੁਹਾਨੂੰ 10,000 ਰੁਪਈਆ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ, ਫਿਰ ਤੁਸੀਂ ਸਰਬੱਤ ਖਾਲਸਾ ਕਰ ਸਕਦੇ ਹੋ ਦੀਵਾਲੀ ਦੇ ਉੱਪਰ। ਇਹ ਘਟਨਾ 1733 ਈਸਵੀ ਦੀ ਹੈ। 1733 ਈਸਵੀ ਦੇ ਵਿੱਚ ਜ਼ਕਰੀਆ ਖਾਨ ਦੇ ਨਾਲ ਇਹ ਗੱਲਬਾਤ ਹੋਈ ਹੈ। ਆਖਰ ਭਾਈ ਮਣੀ ਸਿੰਘ ਨੇ ਜਦੋਂ ਜ਼ਕਰੀਆ ਖਾਨ ਵੱਲੋਂ 10,000 ਰੁਪਏ ਦੀ ਮੰਗ ਰੱਖੀ ਗਈ ਹੈ, ਇਸ ਮੰਗ ਨੂੰ ਮੰਨਿਆ ਗਿਆ ਵੀ ਅਸੀਂ 10,000 ਰੁਪਈਆ ਤੁਹਾਨੂੰ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਭਾਈ ਮਣੀ ਸਿੰਘ ਨੇ ਆਪਣੇ ਤੌਰ 'ਤੇ ਜੋ ਚਿੱਠੀ ਪੱਤਰ ਸਨ ਉਹ ਵੱਖ-ਵੱਖ ਜਿੱਥੇ ਸਿੱਖ ਰਹਿੰਦੇ ਹਨ ਜੰਗਲਾਂ ਦੇ ਵਿੱਚ ਜਾਂ ਜਿੱਥੇ ਵੀ ਟਿਕਾਣੇ ਆ ਉਹ ਭੇਜ ਦਿੱਤੇ ਗਏ ਵੀ ਇਸ ਵਾਰ ਦਰਬਾਰ ਸਾਹਿਬ ਵਿਖੇ ਸਰਬੱਤ ਖਾਲਸਾ ਕਰਨਾ, ਸਮੁੱਚਾ ਸਿੱਖ ਪੰਥ ਇੱਥੇ ਇਕੱਠਾ ਹੋਵੇ। ਤਕਰੀਬਨ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ 1733 ਈਸਵੀ ਇਹ ਸਮਾਂ ਰੱਖਿਆ ਗਿਆ। ਸਿੱਖਾਂ ਨੇ ਆਪਣੇ ਵੱਲੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਦਰਬਾਰ ਸਾਹਿਬ ਸਿੱਖ ਸੰਗਤਾਂ ਨੇ ਆਉਣਾ। ਭਾਈ ਮਣੀ ਸਿੰਘ ਜੀ ਵੱਲੋਂ ਜਾਂ ਜਿਨ੍ਹਾਂ ਦੇ ਕੋਲ ਚਿੱਠੀ ਪੱਤਰ ਪਹੁੰਚ ਗਿਆ ਉਹਨਾਂ ਨੇ ਵੀ ਆਪਣੇ ਵੱਲੋਂ ਵੀ ਦਰਬਾਰ ਸਾਹਿਬ ਜਾਵਾਂਗੇ ਇਸ ਵਾਰ। ਦੂਸਰੇ ਪਾਸੇ ਜ਼ਕਰੀਆ ਖਾਨ ਦੀ ਨੀਅਤ ਬਦਨੀਤ ਹੋ ਗਈ। ਉਸਨੇ ਆਪਣੇ ਵੱਲੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਵੀ ਆਪਣੇ ਕੋਲ ਹੁਣ ਸਭ ਤੋਂ ਵਧੀਆ ਮੌਕਾ ਹੈ। ਸਮੁੱਚੇ ਸਿੱਖ ਕੌਮ ਦਰਬਾਰ ਸਾਹਿਬ ਇਕੱਠੀ ਹੋਵੇਗੀ, ਕਿਉਂ ਨਾ ਹਮਲਾ ਕੀਤਾ ਜਾਵੇ। ਇੱਕੇ ਹੀ ਦਿਨ ਸਾਰੇ ਸਿੱਖਾਂ ਨੂੰ ਖਤਮ ਕੀਤਾ ਜਾਵੇ ਤੇ ਦੂਸਰਾ ਉਹਨਾਂ ਦੇ ਕੋਲ ਧਨ ਦੌਲਤ ਵੀ ਹੋਣਾ ਹੈ। ਜਿਹੜਾ 10,000 ਰੁਪਈਆ ਆਪਾਂ ਨੂੰ ਦੇਣਾ ਉਹ ਵੀ ਹੋਣਾ, ਉਹ ਵੀ ਆਪਾਂ ਲੁੱਟ ਲਿਆਵਾਂਗੇ, ਉਹ ਵੀ ਆਪਣੇ ਕੋਲ ਆ ਜਾਵੇਗਾ ਤੇ ਸਿੱਖਾਂ ਨੂੰ ਵੀ ਅਸੀਂ ਖਤਮ ਕਰ ਸਕਾਂਗੇ। ਜ਼ਕਰੀਆ ਖਾਨ ਨੇ ਆਪਣੇ ਵੱਲੋਂ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਦੀਵਾਲੀ ਤੇ ਸਿੱਖ ਇਕੱਠੇ ਹੋਣਗੇ ਇਹਨਾਂ ਤੇ ਹਮਲਾ ਕੀਤਾ ਜਾਵੇਗਾ। ਭਾਈ ਮਣੀ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ
ਇਹ ਖਬਰ ਮਿਲ ਗਈ, ਭਾਵੇਂ ਤੁਹਾਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਦੀਵਾਲੀ ਤੇ ਸਰਬੱਤ ਖਾਲਸਾ ਕਰਨ ਦੀ, ਲੇਕਿਨ ਜ਼ਕਰੀਆ ਖਾਨ ਦੀ ਨੀਅਤ ਦੇ ਵਿੱਚ ਖੋਟ ਹੈ, ਉਹ ਤੁਹਾਡੇ ਤੇ ਹਮਲਾ ਕਰੇਗਾ। ਜਦੋਂ ਭਾਈ ਮਣੀ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ, ਭਾਈ ਮਣੀ ਸਿੰਘ ਨੇ ਦੁਬਾਰੇ ਫੇਰ ਸਿੱਖਾਂ ਦੇ ਕੋਲ ਚਿੱਠੀ ਪੱਤਰ ਦੇ ਰੂਪ ਦੇ ਵਿੱਚ ਸੁਨੇਹੇ ਪਹੁੰਚਾ ਦਿੱਤੇ ਵੀ ਇਸ ਵਾਰ ਸਰਬੱਤ ਖਾਲਸਾ ਨਹੀਂ ਹੋਣਾ, ਦੀਵਾਲੀ ਤੇ ਸਿੱਖ ਹੈ ਉਹ ਨਾ ਆਉਣ, ਕਿਉਂਕਿ ਜ਼ਕਰੀਆ ਖਾਨ ਦੀ ਨੀਅਤ ਬਦਨੀਤ ਹੋ ਗਈ ਹੈ, ਉਹਨੇ ਹਮਲਾ ਕਰਨਾ ਹੈ। ਆਖਰ ਸਿੱਖ ਨਹੀਂ ਆਏ, ਦੀਵਾਲੀ ਤੇ ਇਕੱਠ ਨਹੀਂ ਹੋਇਆ, ਨਹੀਂ ਸਰਬੱਤ ਖਾਲਸਾ ਹੋਇਆ। ਜ਼ਕਰੀਆ ਖਾਨ ਨੇ ਭਾਈ ਮਣੀ ਸਿੰਘ ਨੂੰ ਕਹਿਆ, ਅਸੀਂ ਤੁਹਾਨੂੰ ਇਜਾਜ਼ਤ ਦਿੱਤੀ ਸੀ, ਤੁਸੀਂ ਸਰਬੱਤ ਖਾਲਸਾ ਕਰ ਸਕਦੇ ਸੀ, ਤੁਸੀਂ ਸਾਡੇ ਖਜ਼ਾਨੇ ਦੇ ਵਿੱਚ 10,000 ਰੁਪਈਆ ਜਮ੍ਹਾਂ ਕਰਵਾਓ। ਭਾਈ ਮਣੀ ਸਿੰਘ ਕਹਿੰਦਾ ਵੀ ਅਸੀਂ ਜਦੋਂ ਇਕੱਠ ਹੀ ਨਹੀਂ ਕੀਤਾ, ਅਸੀਂ ਸਰਬੱਤ ਖਾਲਸਾ ਕੋਈ ਨਹੀਂ ਕੀਤਾ, ਅਸੀਂ 10,000 ਰੁਪਈਆ ਤੁਹਾਡੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾ ਸਕਦੇ। ਇਹ ਕੌਮ ਦਾ ਰੁਪਈਆ ਹੈ, ਦਸਵੰਧ ਦੀ ਭੇਟ ਹੈ, ਇਹ ਅਸੀਂ ਇਸ ਤਰੀਕੇ ਨਾਲ ਤੁਹਾਡੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਜਮ੍ਹਾਂ ਕਰਵਾ ਸਕਦੇ। ਅਸੀਂ ਸਰਬੱਤ ਖਾਲਸਾ ਕੀਤਾ ਕੋਈ ਨਹੀਂ, ਸਾਨੂੰ ਖਬਰ ਮਿਲੀ ਸੀ ਵੀ ਤੁਹਾਡੇ ਵੱਲੋਂ ਹਮਲਾ ਕੀਤਾ ਜਾ ਸਕਦਾ, ਇਸ ਕਰਕੇ ਅਸੀਂ ਸਰਬੱਤ ਖਾਲਸਾ ਨਹੀਂ ਕੀਤਾ। ਜੇਕਰ ਤੁਹਾਨੂੰ ਇਹ 10,000 ਰੁਪਈਆ ਚਾਹੀਦਾ ਹੀ ਚਾਹੀਦਾ, ਸਾਨੂੰ ਵਿਸਾਖੀ ਤੇ ਸਰਬੱਤ ਖਾਲਸਾ ਕਰਨ ਦੇ ਦਿਓ। ਆਖਰ ਜ਼ਕਰੀਆ ਖਾਨ ਕਹਿੰਦਾ ਠੀਕ ਹੈ, ਤੁਸੀਂ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਕਰ ਲਓ ਦਰਬਾਰ ਸਾਹਿਬ ਵਿਖੇ। ਇੱਕ ਮੈਂ ਬੇਨਤੀ ਕਰ ਦੇਵਾਂ, ਜਿਸ ਤਰੀਕੇ ਦੇ ਨਾਲ ਅੱਜ ਦੀਵਾਲੀ ਤੇ ਜਾਂ ਵਿਸਾਖੀ ਮਨਾਈ ਜਾਂਦੀ ਹੈ ਨਾ, ਸਿੱਖ ਇਸ ਤਰੀਕੇ ਨਾਲ ਕੋਈ ਦੀਵਾਲੀ ਜਾਂ ਵਿਸਾਖੀ ਮਨਾਉਣ ਵਾਸਤੇ ਇਕੱਠੇ ਨਹੀਂ ਸੀ ਹੁੰਦੇ। ਉਹਨਾਂ ਦਾ ਕੋਈ ਮਕਸਦ ਹੁੰਦਾ ਸੀ। ਤੇ ਦੀਵਾਲੀ ਅਤੇ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਜਾਂਦਾ ਹੈ? ਇਕੱਠੇ ਹੋਣ ਦੇ ਲਈ, ਸਰਬੱਤ ਖਾਲਸਾ ਕਰਨ ਦੇ ਲਈ। ਕਿਉਂਕਿ ਸਿੱਖ ਹੈ ਜਿਹੜੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਹੈ। ਜੰਗਲਾਂ ਦੇ ਵਿੱਚ ਕੋਈ ਕੈਲੰਡਰ ਨਹੀਂ ਹੈਗਾ, ਕੋਈ ਸਮੇਂ ਦਾ ਹਿਸਾਬ ਕਿਤਾਬ ਨਹੀਂ ਲੱਗਦਾ। ਆਖਰ ਜਦੋਂ ਸਾਲ ਬਦਲਦਾ ਹੈ, ਨਵਾਂ ਸਾਲ ਚੜ੍ਹਦਾ, ਤਕਰੀਬਨ ਇਹ ਦੋਵੇਂ ਤਿਉਹਾਰਾਂ ਦਾ ਪਤਾ ਚੱਲ ਜਾਂਦਾ ਵੀ ਵਿਸਾਖੀ ਕਿਹੜੇ ਦਿਨ ਹੈ ਤੇ ਦੀਵਾਲੀ ਕਿਹੜੇ ਦਿਨ ਦੀ ਹੈ। ਉਹ ਸਿੱਖ ਆਸੇ ਪਾਸੇ ਤੋਂ ਕਿਸੇ ਤਰੀਕੇ ਨਾਲ ਪਤਾ ਕਰ ਲੈਂਦੇ ਵੀ ਵਿਸਾਖੀ ਇਸ ਦਿਨ ਹੈ, ਦੀਵਾਲੀ ਇਸ ਦਿਨ ਹੈ। ਤੇ ਇਹ ਇੱਕ ਜੰਗਲਾਂ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਪਤਾ ਸੀ ਵੀ ਜੇ ਦਰਬਾਰ ਸਾਹਿਬ ਇਕੱਠ ਹੋਵੇਗਾ ਉਹ ਦੀਵਾਲੀ ਵਾਲੇ ਦਿਨ ਤੇ ਜਾਂ ਵਿਸਾਖੀ ਵਾਲੇ ਦਿਨ ਹੋ ਸਕਦਾ, ਤੇ ਸਿੱਖ ਉਸ ਦਿਨ ਇਕੱਠੇ ਹੁੰਦੇ ਸਨ। ਆਪਣੇ ਵੱਲੋਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਰਾਏ ਮਸ਼ਵਰਾ ਕੀਤਾ ਜਾਂਦਾ ਸੀ, ਮਤੇ ਪਾਸ ਕੀਤੇ ਜਾਂਦੇ ਸਨ। ਜਿਵੇਂ ਅੱਜ ਦੀਵਾਲੀ ਮਨਾਈ ਜਾਂਦੀ ਹੈ ਨਾ, ਦਰਬਾਰ ਸਾਹਿਬ ਵੀ ਆਤਿਸ਼ਬਾਜ਼ੀਆਂ ਚਲਾਤੀਆਂ, ਪਟਾਕੇ ਚਲਾ ਲਏ। ਇਸ ਤਰ੍ਹਾਂ ਥੋੜ੍ਹੀ ਦੀਵਾਲੀ ਮਨਾਉਣ ਦੇ ਲਈ ਸਿੱਖ ਇਕੱਠੇ ਹੁੰਦੇ ਸਨ। ਇਹ ਤਾਂ ਅੱਜ ਤਾਂ ਕੁਝ ਤਰੀਕਾ ਹੋਰ ਹੈਗਾ। ਉਸ ਸਮੇਂ ਸਿਰਫ ਦੀਵਾਲੀ ਅਤੇ ਵਿਸਾਖੀ ਦਾ ਦਿਨ ਇਸੇ ਲਈ ਚੁਣਿਆ ਜਾਂਦਾ ਸੀ, ਤਕਰੀਬਨ ਸਾਰਿਆਂ ਨੂੰ ਪਤਾ ਚੱਲ ਜਾਂਦਾ ਪਹਿਲਾਂ ਹੀ ਵੀ ਦੀਵਾਲੀ ਕਦੋਂ ਹੈ ਤੇ ਵਿਸਾਖੀ ਕਦੋਂ ਹੈ। ਆਖਰ ਸਮਝੌਤਾ ਹੋਇਆ, ਵਿਸਾਖੀ ਤੇ ਤੁਸੀਂ ਇਕੱਠੇ ਹੋ ਲਵੋ। ਭਾਈ ਮਣੀ ਸਿੰਘ ਨੇ ਦੁਬਾਰੇ ਫੇਰ ਮੈਸੇਜ ਭੇਜਿਆ ਸਿੱਖਾਂ ਨੂੰ ਵੀ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਹੋਵੇਗਾ, ਉਸ ਦਿਨ ਤੁਸੀਂ ਆਉਣਾ। ਆਖਰ ਜਦੋਂ ਵਿਸਾਖੀ ਦਾ ਸਮਾਂ ਆਇਆ, ਸਿੱਖਾਂ ਦੇ ਕੋਲ ਮੈਸੇਜ ਪਹੁੰਚੇ ਹੋਇਆ, ਉਹਨਾਂ ਨੇ ਆਉਣਾ ਹੈਗਾ। ਜ਼ਕਰੀਆ ਖਾਨ ਦੀ ਨੀਅਤ ਫੇਰ ਬਦਨੀਤ ਹੋ ਗਈ ਵੀ ਆਖਰ ਇਸ ਵਾਰ ਤਾਂ ਸਿੱਖ ਇਕੱਠੇ ਹੋਣਗੇ ਹੀ ਹੋਣਗੇ, ਇਸ ਵਾਰ ਹਮਲਾ ਕਰਨਾ ਚਾਹੀਦਾ। ਭਾਈ ਮਣੀ ਸਿੰਘ ਨੂੰ ਜਦੋਂ ਦੁਬਾਰੇ ਫੇਰ ਪਤਾ ਚੱਲਿਆ ਵੀ ਇਹਨਾਂ ਨੇ ਸਾਡਾ ਨੁਕਸਾਨ ਕਰਨਾ, ਹਮਲਾ ਕਰਨਾ, ਇਹ ਵਾਅਦੇ ਕਰਕੇ ਮੁੱਕਰ ਜਾਂਦੇ ਆ,
ਆਖਰ ਵਿਸਾਖੀ ਵਾਲੇ ਦਿਨ ਵੀ ਸਰਬੱਤ ਖਾਲਸਾ ਨਹੀਂ ਹੋਇਆ। ਜਦੋਂ ਵਿਸਾਖੀ ਦਾ ਸਮਾਂ ਲੰਘ ਗਿਆ, ਸਰਬੱਤ ਖਾਲਸਾ ਨਹੀਂ ਹੋਇਆ, ਸਿੱਖ ਨਹੀਂ ਇਕੱਠੇ ਹੋਏ। ਜ਼ਕਰੀਆ ਖਾਨ ਨੇ ਦੁਬਾਰੇ ਫੇਰ ਭਾਈ ਮਣੀ ਸਿੰਘ ਨੂੰ ਕਹਿਆ ਵੀ ਤੁਸੀਂ 10,000 ਰੁਪਈਆ ਖਜ਼ਾਨੇ ਵਿੱਚ ਜਮ੍ਹਾਂ ਕਰਵਾਵੋ। ਭਾਈ ਮਣੀ ਸਿੰਘ ਕਹਿੰਦਾ, ਜ਼ਕਰੀਆ ਖਾਨ ਤੇਰੀ ਨੀਅਤ ਦੇ ਵਿੱਚ ਖੋਟ ਹੈ। ਤੂੰ ਸਾਡੇ ਨਾਲ 2 ਵਾਰੀ ਵਾਅਦਾ ਕਰਕੇ ਦੋਵੇਂ ਵਾਰੀ ਮੁੱਕਰ ਗਏ। ਇਸ ਵਾਰ ਵੀ ਤੂੰ ਹਮਲਾ ਕਰਨਾ ਸੀ। ਆਖਰ ਅਸੀਂ ਸਰਬੱਤ ਖਾਲਸਾ ਨਹੀਂ ਕੀਤਾ। ਇੱਕ ਮੈਂ ਬੇਨਤੀ ਹੋਰ ਕਰ ਦਵਾਂ, ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਇਹ ਵੀ ਜ਼ਿਕਰ ਹੈ ਵਿਸਾਖੀ ਵਾਲੇ ਦਿਨ ਜ਼ਕਰੀਆ ਖਾਨ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ। ਜਿਹੜੇ ਥੋੜੇ ਬਹੁਤੇ ਸਿੱਖ ਆਏ ਸਨ ਉਹ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਇੱਥੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਸਨ, ਜੰਗਲਾਂ ਦੇ ਵਿੱਚ ਚਲੇ ਗਏ। ਤੇ ਜ਼ਕਰੀਆ ਖਾਨ ਨੇ ਬਾਅਦ ਵਿੱਚ ਇਹ ਗੱਲ ਕਹੀ ਵੀ ਤੁਸੀਂ 10,000 ਰੁਪਈਆ ਜਮ੍ਹਾਂ ਕਰਵਾਵੋ। ਭਾਈ ਮਣੀ ਸਿੰਘ ਨੇ ਜਵਾਬ ਦਿੱਤਾ ਵੀ ਕੋਈ 10,000 ਰੁਪਈਆ ਅਸੀਂ ਗੁਰੂ ਘਰ ਦਾ ਤੁਹਾਡੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਵਾਂਗੇ, ਕਿਉਂਕਿ ਤੁਸੀਂ ਸਰਬੱਤ ਖਾਲਸਾ ਹੋਣ ਹੀ ਨਹੀਂ ਦਿੱਤਾ, ਤੁਸੀਂ ਸਾਡੇ ਤੇ ਹਮਲਾ ਕੀਤਾ। ਜ਼ਕਰੀਆ ਖਾਨ ਨੇ ਆਪਣੇ ਵੱਲੋਂ ਹੁਕਮ ਦੇ ਦਿੱਤਾ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਇਸ ਨੂੰ ਲਾਹੌਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ। ਇਹ ਵਾਅਦਾ ਕਰਕੇ 10,000 ਰੁਪਈਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾ ਰਿਹਾ। ਆਖਰ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਮੈਂ ਬੇਨਤੀ ਕਰ ਦਵਾਂ, ਭਾਈ ਮਣੀ ਸਿੰਘ ਗੁਰੂ ਦਾ ਸਿੱਖ ਹੈ ਤੇ ਗੁਰੂ ਦੇ ਪ੍ਰਤੀ ਕਿੰਨਾ ਜ਼ਿਆਦਾ ਵਫਾਦਾਰ ਹੈ। ਸਿੱਖ ਸੰਗਤ ਦਾ ਰੁਪਈਆ ਜੋ ਗੁਰੂ ਦੇ ਦਰ ਤੇ ਭੇਟਾ ਕੀਤਾ ਗਿਆ। ਭਾਈ ਮਣੀ ਸਿੰਘ ਆਪਣੀ ਜਾਨ ਬਚਾ ਸਕਦਾ ਹੈ ਗੁਰੂ ਘਰ ਦੇ ਵਿੱਚੋਂ 10,000 ਰੁਪਈਆ ਜਮ੍ਹਾਂ ਕਰਵਾ ਕੇ। ਆਖਰ ਸਿੱਖ ਸੰਗਤ ਦਾ ਰੁਪਈਆ, ਆਪਣਾ ਵੀ ਨਹੀਂ ਹੈ, ਖੁਦ ਦਾ, ਆਪਣੀ ਜਾਨ ਬਚਾ ਸਕਦਾ ਹੈ। ਪਰ ਭਾਈ ਮਣੀ ਸਿੰਘ ਆਪਣੇ ਗੁਰੂ ਦੇ ਸਿਧਾਂਤਾਂ ਦੇ ਉੱਪਰ ਇੰਨਾ ਦ੍ਰਿੜ ਹੈ, ਉਹ ਕਹਿੰਦਾ ਗੁਰੂ ਘਰ ਦਾ 1 ਰੁਪਈਆ ਵੀ ਕਿਸੇ ਨਜਾਇਜ਼ ਜਗ੍ਹਾ ਤੇ ਨਹੀਂ ਲੱਗਣਾ ਚਾਹੀਦਾ, ਗਲਤ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ। ਇਸ ਕਰਕੇ ਉਹਨੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ। ਤੇ ਨਹੀਂ ਤਾਂ ਅੱਜ ਦਾ ਸਿਸਟਮ ਇਸ ਤਰ੍ਹਾਂ ਦਾ ਗੁਰਦੁਆਰਿਆਂ ਦਾ ਵੀ ਬਹੁਤੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕੋਈ ਬਹੁਤਾ ਵਧੀਆ ਨਹੀਂ। ਜੋ ਉੱਥੇ ਭੇਟਾ ਇਕੱਠੀ ਹੁੰਦੀ ਹੈ ਦਸਵੰਧ ਦੇ ਰੂਪ ਦੇ ਵਿੱਚ, ਉਹ ਫਜ਼ੂਲ ਖਰਚੀ ਤੇ ਹੀ ਲਾ ਦਿੱਤੀ ਜਾਂਦੀ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀਵਾਲੀ ਵਾਲੇ ਦਿਨ ਤਕਰੀਬਨ ਕਈ ਲੱਖ ਦੇ ਪਟਾਕੇ ਹੀ ਚਲਾ ਦਿੱਤੇ ਜਾਂਦੇ ਆ, ਗੁਰੂ ਦੀ ਗੋਲਕ ਦੇ ਰੁਪਈਆਂ ਨੂੰ ਵਰਤਿਆ ਜਾਂਦਾ। ਇਸ ਤਰੀਕੇ ਦੇ ਨਾਲ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ, ਲੱਖਾਂ ਰੁਪਈਆਂ ਦੇ ਪਟਾਕੇ। ਤੇ ਜਦੋਂ ਇਤਿਹਾਸ ਨੂੰ ਪੜ੍ਹੀਦਾ, ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਵੀ ਭਾਈ ਮਣੀ ਸਿੰਘ ਨੇ 10,000 ਰੁਪਈਆ ਗੁਰੂ ਦੀ ਗੋਲਕ ਦਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ, ਆਪਣੀ ਸ਼ਹਾਦਤ ਤੱਕ ਦੇ ਦਿੱਤੀ ਵੀ ਗੁਰੂ ਘਰ ਦਾ ਰੁਪਈਆ ਉਹ ਫਜ਼ੂਲ ਨਹੀਂ ਖਰਚਿਆ ਜਾਵੇਗਾ, ਸਹੀ ਜਗ੍ਹਾ ਤੇ ਵਰਤਿਆ ਜਾਣਾ ਚਾਹੀਦਾ। ਤੇ ਅੱਜ ਦਾ ਕਿਸ ਤਰ੍ਹਾਂ ਦਾ ਸਾਡਾ ਸਿਸਟਮ ਹੈ ਗੁਰਦੁਆਰਿਆਂ ਦਾ, ਤੇ ਉਸ ਸਮੇਂ ਦੇ ਸਿੱਖ ਹੈ ਜਿਹੜੇ ਉਹ ਕਿੰਨੇ ਦ੍ਰਿੜ ਸਨ ਗੁਰੂ ਦੇ ਸਿਧਾਂਤਾਂ ਦੇ ਉੱਪਰ। ਆਖਰ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕੇਵਲ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਇਸ ਦੇ ਨਾਲ ਭਾਈ ਜਗਤ ਸਿੰਘ, ਭਾਈ ਮਣੀ ਸਿੰਘ ਦਾ ਭਰਾ ਹੈ, ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਭਾਈ ਚਿੱਤਰ ਸਿੰਘ, ਇਹ ਭਾਈ ਮਣੀ ਸਿੰਘ ਦਾ ਪੁੱਤਰ ਹੈ। ਭਾਈ ਬਚਿੱਤਰ ਸਿੰਘ ਜਿਸ ਨੇ ਨਾਗਣੀ ਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ, ਇਹ ਉਸ ਤੋਂ ਛੋਟਾ ਹੈਗਾ ਭਾਈ ਚਿੱਤਰ ਸਿੰਘ। ਇੱਕ ਭਾਈ ਗੁਰਬਖਸ਼ ਸਿੰਘ, ਇਹ ਵੀ ਭਾਈ ਮਣੀ ਸਿੰਘ ਦਾ ਭਰਾ ਹੈ। ਭਾਈ ਗੁਲਜ਼ਾਰ ਸਿੰਘ, ਭਾਈ ਰਣ ਸਿੰਘ, ਭਾਈ ਭੂਪਤ ਸਿੰਘ, ਇਹ ਸਿੱਖ ਗ੍ਰਿਫਤਾਰ ਕੀਤੇ ਗਏ।
ਅਤੇ ਭਾਈ ਮਣੀ ਸਿੰਘ ਜੀ ਦੀ ਧਰਮ ਸੁਪਤਨੀ ਬਸੰਤ ਕੌਰ, ਇਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇੰਨੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੀ ਤੁਸੀਂ 10,000 ਰੁਪਈਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ। ਭਾਈ ਮਣੀ ਸਿੰਘ ਦਾ ਜੇਕਰ ਆਪਾਂ ਪਿਛੋਕੜ ਵੇਖਣਾ ਹੋਵੇ, ਭਾਈ ਮਣੀ ਸਿੰਘ ਦਾ ਜਨਮ 1644 ਈਸਵੀ ਦੇ ਵਿੱਚ ਅਲੀਪੁਰ ਮੁਜ਼ੱਫਰਪੁਰ ਪਾਕਿਸਤਾਨ ਦੇ ਵਿੱਚ ਹੈ, ਉਸ ਜਗ੍ਹਾ ਤੇ ਹੋਇਆ 1644 ਦੇ ਵਿੱਚ। ਇਸ ਦਾ ਨਾਮ ਪਰਿਵਾਰ ਨੇ ਮਣੀਆਂ ਰਾਮ ਰੱਖਿਆ। ਬਾਅਦ ਦੇ ਵਿੱਚ ਇਕੱਲਾ ਮਣੀਆਂ ਸ਼ਬਦ ਬੋਲਿਆ ਜਾਂਦਾ ਸੀ। ਇਸ ਦਾ ਨਾਮ ਭਾਈ ਮਣੀਆਂ ਕਿਹਾ ਜਾਂਦਾ ਸੀ ਬਚਪਨ ਦੇ ਵਿੱਚ। ਇਹਦੇ ਪਿਤਾ ਦਾ ਨਾਮ ਮਾਈ ਦਾਸ ਹੈ। 1657 ਈਸਵੀ ਦੇ ਵਿੱਚ ਪਹਿਲੀ ਵਾਰ ਆਪਣੇ ਪਿਤਾ ਦੇ ਨਾਲ ਭਾਈ ਮਣੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਮਾਈ ਦਾਸ ਇਸ ਦਾ ਪਿਤਾ ਭਾਈ ਮਣੀਏ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਛੱਡ ਜਾਂਦਾ ਹੈ। 1657 ਤੋਂ ਲੈ ਕੇ 1659 ਈਸਵੀ ਤੱਕ ਇਹ 2 ਸਾਲ ਗੁਰੂ ਦੇ ਕੋਲ ਰਹੇ ਆ, ਗੁਰੂ ਦੀ ਸ਼ਰਨ ਦੇ ਵਿੱਚ ਰਹੇ ਆ। ਆਖਰ 1659 ਦੇ ਵਿੱਚ ਇਸ ਦਾ ਵਿਆਹ ਕੀਤਾ ਜਾਂਦਾ ਹੈ ਬੀਬੀ ਬਸੰਤੀ ਦੇ ਨਾਲ। ਇਹ ਬੀਬੀ ਬਸੰਤੀ ਲੱਖੀ ਸ਼ਾਹ ਵਣਜਾਰੇ ਦੀ ਲੜਕੀ ਹੈ। ਤੇ ਲੱਖੀ ਸ਼ਾਹ ਵਣਜਾਰਾ ਕੌਣ ਹੈ? ਜਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਲਿਜਾ ਕੇ ਕੀਤਾ ਸੀ, ਆਪਣੇ ਘਰ ਨੂੰ ਅੱਗ ਲਾ ਕੇ। ਲੱਖੀ ਸ਼ਾਹ ਵਣਜਾਰਾ ਦਿੱਲੀ ਦਾ ਵਪਾਰੀ ਸੀ। ਲੱਖੀ ਸ਼ਾਹ ਵਣਜਾਰੇ ਦੀ ਲੜਕੀ ਬੀਬੀ ਬਸੰਤੀ ਦੇ ਨਾਲ ਭਾਈ ਮਣੀ ਸਿੰਘ ਦਾ ਵਿਆਹ ਹੋਇਆ ਸੀ। ਬਾਅਦ ਦੇ ਵਿੱਚ ਇਹ ਬਸੰਤੀ ਖੰਡੇ ਕੀ ਪਹੁਲ ਛਕ ਕੇ ਬਸੰਤ ਕੌਰ ਬਣੀ। ਆਪਾਂ ਇਹ ਕਹਿ ਸਕਦੇ ਹਾਂ ਭਾਈ ਮਣੀ ਸਿੰਘ ਜੀ ਦਾ ਸਹੁਰਾ ਪਿਤਾ ਲੱਖੀ ਸ਼ਾਹ ਵਣਜਾਰਾ ਸੀ। ਉਸ ਤੋਂ ਬਾਅਦ ਇਹ ਦੁਬਾਰੇ ਫੇਰ ਗੁਰੂ ਦੀ ਸ਼ਰਨ ਦੇ ਵਿੱਚ ਚਲਿਆ ਗਿਆ। 1698 ਈਸਵੀ ਦੇ ਵਿੱਚ ਇਹ ਦਰਬਾਰ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ। 1699 ਦੀ ਵਿਸਾਖੀ ਵਾਲੇ ਦਿਨ ਜਦੋਂ ਖੰਡੇ ਕੀ ਪਹੁਲ ਤਿਆਰ ਕੀਤੀ ਗਈ ਹੈ, ਉਸ ਸਮੇਂ ਇਹ ਖੰਡੇ ਕੀ ਪਹੁਲ ਛਕ ਕੇ ਮਣੀਆਂ ਰਾਮ ਤੋਂ ਭਾਈ ਮਣੀ ਸਿੰਘ ਬਣਿਆ। ਤੇ ਬਾਅਦ ਦੇ ਵਿੱਚ ਇਸਨੇ ਆਪਣੀਆਂ ਇਸੇ ਤਰੀਕੇ ਦੇ ਨਾਲ ਸੇਵਾਵਾਂ ਨਿਭਾਈਆਂ ਗ੍ਰੰਥੀ ਦੇ ਤੌਰ ਤੇ। ਜਦੋਂ ਹਾਲਾਤ ਵਿਗੜ ਜਾਂਦੇ ਸਨ ਉਦੋਂ ਦਰਬਾਰ ਸਾਹਿਬ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਚਲਿਆ ਜਾਣਾ, ਪ੍ਰਚਾਰ ਕਰਨਾ। ਅੱਜ ਇਸ ਨੂੰ ਗ੍ਰਿਫਤਾਰ ਕੀਤਾ ਗਿਆ 1733 ਈਸਵੀ ਦੇ ਵਿੱਚ ਵਿਸਾਖੀ ਤੋਂ ਬਾਅਦ। ਉਸ ਸਮੇਂ ਜਿਹੜੀ ਵਿਸਾਖੀ ਹੈ ਉਹ ਮਾਰਚ ਦੇ ਵਿੱਚ ਆਇਆ ਕਰਦੀ ਸੀ। 1752 ਈਸਵੀ ਦੇ ਵਿੱਚ ਗਗੇਰੀਅਨ ਕੈਲੰਡਰ ਬਣਾਇਆ ਗਿਆ। ਉਦੋਂ ਇਹ 12-13 ਦਿਨ ਅੱਗੇ ਚਲੀ ਗਈ ਹੈ, ਅਪ੍ਰੈਲ ਦੇ ਵਿੱਚ ਆਉਣ ਲੱਗ ਗਈ ਹੈ। ਅੱਜ 13-14 ਅਪ੍ਰੈਲ ਨੂੰ ਵਿਸਾਖੀ ਵਾਲਾ ਦਿਨ ਹੁੰਦਾ ਹੈ, ਜਿਸ ਦਿਨ ਖੰਡੇ ਕੀ ਪਹੁਲ ਛਕਾਈ ਗਈ ਹੈ ਪਹਿਲੀ ਵਾਰ 1699 ਈਸਵੀ ਨੂੰ। ਉਸ ਦਿਨ ਵਿਸਾਖੀ 30 ਮਾਰਚ ਦੀ ਸੀ। ਇਹ ਜਿਹੜੇ ਦਿਨ ਵੱਧ ਗਏ ਹੈ ਨਾ, ਇਹ ਕੈਲੰਡਰ ਜਦੋਂ ਬਣਾਇਆ ਗਿਆ ਗਗੇਰੀਅਨ ਕੈਲੰਡਰ, ਉਦੋਂ ਇਹ ਦਿਨ ਅੱਗੇ ਚਲੇ ਗਏ ਹੈ। ਸੋ ਖੈਰ ਵਿਸਾਖੀ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਭਾਈ ਮਣੀ ਸਿੰਘ ਦੀ ਜਿਹੜੀ ਉਮਰ ਹੈ ਉਹ 90 ਸਾਲ ਦੀ ਹੈ। ਬਜ਼ੁਰਗ ਨੇ 77 ਸਾਲ ਗੁਰੂ ਦੀ ਗੋਦ ਦੇ ਵਿੱਚ ਗੁਜ਼ਾਰੇ ਹੈ ਭਾਈ ਮਣੀ ਸਿੰਘ ਨੇ। ਕਿੰਨਾ ਲੰਬੇਰਾ ਸਮਾਂ ਗੁਰੂ ਦੀ ਸਿੱਖੀ ਨੂੰ ਕਮਾਇਆ, 77 ਸਾਲ। ਤੇ 90 ਸਾਲ ਦੀ ਏਜ ਹੈ। ਜ਼ਕਰੀਆ ਖਾਨ ਦੇ ਕਹਿਣ ਤੇ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਿਖਾਸ ਚੌਂਕ ਦੇ ਵਿੱਚ ਲਿਜਾਇਆ ਗਿਆ। ਇਹ ਨਿਖਾਸ ਚੌਂਕ ਉਹੀ ਚੌਂਕ ਹੈ, ਇੱਥੇ ਬਹੁਤ ਜ਼ਿਆਦਾ ਅਣਗਿਣਤ ਸਿੱਖ ਹੈ ਉਹ ਸ਼ਹੀਦ ਕੀਤੇ ਗਏ ਨੇ। ਅੱਜ ਇਹ ਚੌਂਕ ਦਾ ਨਾਮ ਭਾਈ ਮਣੀ ਸਿੰਘ ਚੌਂਕ ਹੈ, ਪਾਕਿਸਤਾਨ ਦੇ ਵਿੱਚ ਹੈ ਇਹ ਚੌਂਕ।
ਇਸ ਜਗ੍ਹਾ ਤੇ ਲਿਜਾਇਆ ਗਿਆ। ਆਖਰ ਜਿਹੜੇ ਨਾਲ ਦੇ ਗੁਰਸਿੱਖ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇੱਕ ਇਤਿਹਾਸਕ ਸਰੋਤ ਹੈ ਸ਼ਹੀਦ ਵਿਲਾਸ ਭਾਈ ਸੇਵਾ ਸਿੰਘ ਦਾ ਲਿਖਿਆ ਹੋਇਆ। ਉਹਦੇ ਵਿੱਚ ਜ਼ਿਕਰ ਹੈ ਭਾਈ ਗੁਲਜ਼ਾਰ ਸਿੰਘ ਜਿਹੜਾ ਸਿੱਖ ਨਾਲ ਗ੍ਰਿਫਤਾਰ ਕੀਤਾ ਗਿਆ, ਉਹਦੀ ਪੁੱਠੀ ਖੱਲ ਲਾਹੀ ਗਈ। ਸਭ ਤੋਂ ਪਹਿਲਾਂ ਉਸ ਨੂੰ ਸ਼ਹੀਦ ਕੀਤਾ ਗਿਆ। ਜਦੋਂ ਅਸੀਂ ਅਰਦਾਸ ਦਾ ਇਹ ਪਹਿਰਾ ਪੜ੍ਹਿਆ ਜਾਂਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਇੱਥੇ ਇੱਕ ਲਾਈਨ ਹੁੰਦੀ ਸੀ ਪੁੱਠੀਆਂ ਖੱਲਾਂ ਲਹਾਈਆਂ। ਇਹ ਬਾਅਦ ਦੇ ਵਿੱਚ ਲਾਈਨ ਨੂੰ ਕੱਟ ਦਿੱਤਾ ਗਿਆ ਅਰਦਾਸ ਦੇ ਵਿੱਚੋਂ, ਵੀ ਕਿਸੇ ਸਿੱਖ ਦੀ ਕੋਈ ਪੁੱਠੀ ਖੱਲ ਨਹੀਂ ਲਾਹੀ ਗਈ। ਪਰ ਜਦੋਂ ਪੁਰਾਤਨ ਇਤਿਹਾਸਕ ਸਰੋਤ ਸਾਡੇ ਸਾਹਮਣੇ ਆਏ, ਭੱਟ ਵਹੀਆਂ ਪ੍ਰਾਪਤ ਹੋਈਆਂ ਜਾਂ ਹੋਰ ਕੁਝ ਇਤਿਹਾਸਕ ਸਰੋਤਾਂ ਨੂੰ ਪੜ੍ਹਿਆ ਗਿਆ, ਉਹਨਾਂ ਦੇ ਵਿੱਚ ਜ਼ਿਕਰ ਹੈ ਸਿੱਖਾਂ ਦੀਆਂ ਪੁੱਠੀਆਂ ਖੱਲਾਂ ਲਾ ਕੇ ਸ਼ਹੀਦ ਕੀਤਾ ਗਿਆ। ਆਖਰ ਬਾਅਦ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਵੀ ਇਹ ਗੱਲ ਸਹੀ ਹੈ, ਪੁੱਠੀ ਖੱਲ ਲਾ ਕੇ ਵੀ ਸਿੱਖ ਸ਼ਹੀਦ ਕੀਤੇ ਗਏ ਹੈ। ਪਰ ਉਦੋਂ ਪਹਿਲਾਂ ਤਾਂ ਅਰਦਾਸ ਦੇ ਵਿੱਚੋਂ ਇਹ ਲਾਈਨ ਕੱਟ ਦਿੱਤੀ ਗਈ ਹੈ। ਅੱਜ ਇਹ ਲਾਈਨ ਹੈ ਅਰਦਾਸ ਦੇ ਵਿੱਚ ਨਹੀਂ ਬੋਲੀ ਜਾਂਦੀ ਵੀ ਪੁੱਠੀਆਂ ਖੱਲਾਂ ਲਹਾਈਆਂ ਗਈਆਂ। ਹੋਰ ਬਾਕੀ ਅਸੀਂ ਸਾਰਾ ਬੋਲਦੇ ਹਾਂ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ੍ਹੇ, ਪੁੱਠੀਆਂ ਖੱਲਾਂ ਲਹਾਈਆਂ। ਇਹ ਨਹੀਂ ਹੈ ਫਿਕਰਾ, ਇਹ ਲਾਈਨ ਨਹੀਂ ਹੈ ਅਰਦਾਸ ਦੇ ਵਿੱਚ। ਭਾਈ ਜੈ ਸਿੰਘ ਦੀ ਵੀ ਪੁੱਠੀ ਖੱਲ ਲਾਹੀ ਗਈ ਸੀ, ਜਿਸ ਨੇ ਤੰਬਾਕੂ ਦੀ ਪੰਡ ਚੁੱਕਣ ਤੋਂ ਇਨਕਾਰ ਕੀਤਾ ਸੀ। ਪਟਿਆਲੇ ਦੇ ਨੇੜੇ ਉਹ ਪਿੰਡ ਹੈਗਾ ਜਿੱਥੋਂ ਦਾ ਉਹ ਰਹਿਣ ਵਾਲਾ ਸੀ। ਸਭ ਤੋਂ ਪਹਿਲਾਂ ਭਾਈ ਗੁਲਜ਼ਾਰ ਸਿੰਘ, ਇਸ ਦੀ ਪੁੱਠੀ ਖੱਲ ਲਾਹੀ ਗਈ। ਪਾਸ਼ਾ ਗੁਲਜ਼ਾਰ ਸਿੰਘ ਕੇਰੀ, ਪੁੱਠੀ ਖੱਲ ਲਹਾਈ ਬਿਨ ਦੇਰੀ, ਭੂਪਤ ਸਿੰਘ ਕੀ ਆਖ ਕਢਾਏ, ਦਿਓ ਚਰਖੜੀ ਫੇਰ ਚੜਾਏ। ਭਾਈ ਭੂਪਤ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ ਨਿਖਾਸ ਚੌਂਕ ਦੇ ਵਿੱਚ, ਤਸੀਹਾ ਦਿੱਤਾ ਗਿਆ। ਫਿਰ ਬਾਅਦ ਦੇ ਵਿੱਚ ਉਸ ਨੂੰ ਚਰਖੜੀ ਦੇ ਉੱਪਰ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਬਾਕੀ ਦੇ ਜਿਹੜੇ ਗੁਰਸਿੱਖ ਹਨ, ਭਾਈ ਜਗਤ ਸਿੰਘ ਭਰਾ ਹੈ ਭਾਈ ਮਣੀ ਸਿੰਘ ਦਾ, ਭਾਈ ਗੁਰਬਖਸ਼ ਸਿੰਘ ਇਹ ਵੀ ਭਰਾ ਹੈ, ਭਾਈ ਚਿੱਤਰ ਸਿੰਘ ਇਹ ਪੁੱਤਰ ਹੈ, ਰਣ ਸਿੰਘ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਧਰਮ ਸੁਪਤਨੀ ਭਾਈ ਮਣੀ ਸਿੰਘ ਜੀ ਦੀ ਬੀਬੀ ਬਸੰਤ ਕੌਰ, ਇਸ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਭਾਈ ਮਣੀ ਸਿੰਘ ਜੀ ਦਾ ਸ਼ਹਾਦਤ ਦਿਹਾੜਾ ਆਉਂਦਾ ਹੈ, ਉਦੋਂ ਭਾਈ ਮਣੀ ਸਿੰਘ ਦਾ ਇਤਿਹਾਸ ਸੁਣਾਇਆ ਜਾਂਦਾ ਹੈ। ਉਸ ਦੇ ਭਰਾਵਾਂ ਦਾ, ਉਸ ਦੀ ਧਰਮ ਸੁਪਤਨੀ ਦਾ ਤੇ ਨਾਲ ਦੇ ਜਿਹੜੇ ਗੁਰਸਿੱਖ ਜਿਸ ਦੀ ਪੁੱਠੀ ਖੱਲ ਲਾਹੀ ਗਈ, ਜਾਂ ਜਿਹੜੇ ਭੂਪਤ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ, ਚਰਖੜੀ ਤੇ ਚੜ੍ਹਾਇਆ ਗਿਆ, ਇਹਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਇਕੱਲੇ ਭਾਈ ਮਣੀ ਸਿੰਘ ਦਾ ਜ਼ਿਕਰ ਕਰ ਦਿੱਤਾ ਜਾਂਦਾ ਵੀ ਉਹਨਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਜਦ ਕਿ ਨਾਲ ਇਹ ਗੁਰਸਿੱਖ ਵੀ ਸ਼ਹੀਦ ਕੀਤੇ ਗਏ ਨਿਖਾਸ ਚੌਂਕ ਦੇ ਵਿੱਚ। ਪਰ ਇਹਨਾਂ ਦੇ ਇਤਿਹਾਸ ਨੂੰ ਸੁਣਾਇਆ ਨਹੀਂ ਜਾਂਦਾ, ਵਿਚਾਰਿਆ ਨਹੀਂ ਜਾਂਦਾ, ਜਿਸ ਕਰਕੇ ਸਾਨੂੰ ਇੰਜ ਲੱਗਦਾ ਵੀ ਕੇਵਲ ਭਾਈ ਮਣੀ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਸੀ, ਕੇਵਲ ਉਹਨਾਂ ਨੂੰ ਹੀ ਸ਼ਹੀਦ ਕੀਤਾ ਗਿਆ। ਨਹੀਂ, ਇਹ ਨਾਲ ਗੁਰਸਿੱਖ ਹੈ ਜਿਹੜੇ ਇਹ ਸ਼ਹੀਦ ਕੀਤੇ ਗਏ ਹੈ। ਭਾਈ ਮਣੀ ਸਿੰਘ ਦੇ ਪਰਿਵਾਰ ਦੇ ਵਿੱਚੋਂ 53 ਮੈਂਬਰ ਸ਼ਹੀਦ ਨੇ, 53 ਮੈਂਬਰ। ਭਾਈ ਮਣੀ ਸਿੰਘ ਹੋਰੀ ਆਪ 12 ਭਰਾ ਸਨ, 11 ਭਰਾ ਸ਼ਹੀਦ ਹਨ। ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹੀਦ ਕੀਤਾ ਜਾਂਦਾ ਹੈ ਚਾਂਦਨੀ ਚੌਂਕ ਦੇ ਵਿੱਚ ਨਵੰਬਰ 1675 ਈਸਵੀ ਨੂੰ, ਭਾਈ ਦਿਆਲੇ ਨੂੰ ਦੇਗੇ ਦੇ ਵਿੱਚ ਉਬਾਲਿਆ ਜਾਂਦਾ ਹੈ। ਇਹ ਭਾਈ ਦਿਆਲਾ ਭਾਈ ਮਣੀ ਸਿੰਘ ਦਾ ਭਰਾ ਹੈ, ਸਕਾ ਭਰਾ। ਭਾਈ ਮਾਨ ਸਿੰਘ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਾਹਰ ਨਿਕਲਦਾ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਜਾਂਦਾ। ਇਹ ਭਾਈ ਮਾਨ ਸਿੰਘ ਵੀ ਭਾਈ ਮਣੀ ਸਿੰਘ ਦਾ ਭਰਾ ਹੈ, ਸਕਾ ਭਰਾ। 12 ਭਰਾਵਾਂ ਦੇ ਵਿੱਚੋਂ 11 ਭਰਾ ਸ਼ਹੀਦ ਨੇ ਭਾਈ ਮਣੀ ਸਿੰਘ ਦੇ।
ਤੇ ਇੱਕ ਜਿਹੜਾ ਸ਼ਹੀਦ ਨਹੀਂ ਹੋਇਆ ਭਾਈ ਮਣੀ ਸਿੰਘ ਦਾ ਭਰਾ, ਉਹ ਵੀ ਬਚਪਨ ਦੇ ਵਿੱਚ ਕਿਸੇ ਬਿਮਾਰੀ ਦੇ ਕਾਰਨ ਅਕਾਲ ਚਲਾਣਾ ਕਰ ਗਿਆ ਸੀ। ਭਾਈ ਮਣੀ ਸਿੰਘ ਦੇ 10 ਪੁੱਤਰ ਨੇ, 10 ਦੇ 10 ਸ਼ਹੀਦ ਨੇ। ਭਾਈ ਬਚਿੱਤਰ ਸਿੰਘ, ਭਾਈ ਚਿੱਤਰ ਸਿੰਘ ਤੇ ਹੋਰ ਬਾਕੀ ਜੇ ਆਪਾਂ ਸਾਰੇ ਭਰਾਵਾਂ ਦੀ ਜਾਂ ਪੁੱਤਰਾਂ ਦੀ ਗੱਲ ਕਰੀਏ ਤੇ ਲੜੀ ਬਹੁਤ ਲੰਬੀ ਹੋ ਜਾਣੀ ਹੈ। ਇਹ ਜਿੰਨੇ ਕੁ ਮੇਰੀ ਯਾਦ ਸੀ ਮੈਂ ਤੁਹਾਡੇ ਨਾਲ ਸਾਂਝੇ ਕਰ ਲਏ ਹੈ। ਆਖਰ ਅਖੀਰ ਤੇ ਭਾਈ ਮਣੀ ਸਿੰਘ ਨੂੰ ਜਦੋਂ ਸ਼ਹੀਦ ਕੀਤਾ ਜਾਂਦਾ, ਜਿਹੜਾ ਜਲਾਦ ਹੈ ਜਿਸ ਨੇ ਬੰਦ ਕੱਟਣੇ ਹੈ, ਉਹ ਭਾਈ ਮਣੀ ਸਿੰਘ ਦੇ ਨਾਲ ਕੁਝ ਸਵਾਲ ਜਵਾਬ ਕਰਦਾ ਹੈ ਵੀ ਬਜ਼ੁਰਗੋ, ਤੁਹਾਡੀ ਉਮਰ ਬਹੁਤ ਲੰਬੇਰੀ ਹੋ ਗਈ ਹੈ, ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਬਹੁਤ ਲੰਬੇਰਾ ਸਮਾਂ ਗੁਜ਼ਾਰਿਆ ਹੈ। ਮੇਰਾ ਸਵਾਲ ਇਹ ਹੈ ਵੀ ਤੁਸੀਂ ਆਪਣੇ ਗੁਰੂ ਦੀ ਬਾਣੀ ਨੂੰ ਤਾਂ ਪੜ੍ਹਿਆ ਹੋਣਾ। ਭਾਈ ਮਣੀ ਸਿੰਘ ਕਹਿੰਦਾ ਮੈਂ ਕੇਵਲ ਬਾਣੀ ਨੂੰ ਪੜ੍ਹਿਆ ਹੀ ਨਹੀਂ, ਗੁਰੂ ਨੇ ਮੇਰੇ ਤੇ ਬਖਸ਼ਿਸ਼ ਕੀਤੀ, ਗੁਰੂ ਦੇ ਕਹਿਣ ਤੇ ਮੈਂ ਬਾਣੀ ਨੂੰ ਲਿਖਿਆ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਰੂਪ ਤਿਆਰ ਕਰਵਾਇਆ ਹੈ ਦਮਦਮਾ ਸਾਹਿਬ ਦੀ ਧਰਤੀ ਤੇ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅੰਕਿਤ ਕੀਤੀ ਹੈ, ਉਹ ਭਾਈ ਮਣੀ ਸਿੰਘ ਤੋਂ ਲਿਖਵਾਇਆ ਗਿਆ ਸੀ। ਮੈਂ ਕੇਵਲ ਬਾਣੀ ਨੂੰ ਪੜ੍ਹਿਆ ਨਹੀਂ, ਮੈਂ ਬਾਣੀ ਨੂੰ ਲਿਖਿਆ ਵੀ ਹੈ, ਗੁਰੂ ਦੀ ਕਿਰਪਾ ਦੇ ਨਾਲ ਬਾਣੀ ਨੂੰ ਵਿਚਾਰਿਆ ਵੀ ਹੈ। ਉਹ ਜਲਾਦ ਕਹਿੰਦਾ ਫਿਰ ਤਾਂ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਣਾ ਵੀ ਤੁਹਾਡੀ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਵੀ ਜੋ ਆਹ ਮਨੁੱਖਾ ਦੇਹੀ ਹੈ, ਆਹ ਮਨੁੱਖਾ ਜੰਮ ਹੈ, ਇਹ ਬਹੁਤ ਜ਼ਿਆਦਾ ਕੀਮਤੀ ਹੈ, ਇਹ ਤਾਂ ਬਹੁਤ ਜ਼ਿਆਦਾ ਅਮੋਲਕ ਹੈ, ਇਹ ਤਾਂ ਦੁਬਾਰੇ ਪ੍ਰਾਪਤ ਹੀ ਨਹੀਂ ਹੁੰਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਇਹ ਤਾਂ ਇੱਕ ਵਾਰ ਪ੍ਰਾਪਤ ਹੋ ਗਿਆ ਰੱਬ ਜੀ ਦੀ ਬਖਸ਼ਿਸ਼ ਦੇ ਨਾਲ, ਦੁਬਾਰੇ ਪ੍ਰਾਪਤ ਹੀ ਨਹੀਂ ਹੋਣਾ। ਇਸ ਗੱਲ ਦਾ ਤਾਂ ਤੁਹਾਨੂੰ ਪਤਾ ਹੋਣਾ। ਭਾਈ ਮਣੀ ਸਿੰਘ ਕਹਿੰਦਾ ਹਾਂ ਇਸ ਗੱਲ ਦਾ ਤਾਂ ਪਤਾ ਹੈ। ਫਿਰ ਉਹ ਜਲਾਦ ਕਹਿੰਦਾ ਵੀ ਤੁਸੀਂ ਇਸ ਮਨੁੱਖਾ ਜਾਮੀ ਨੂੰ ਕਿਉਂ ਗਵਾਉਣ ਲੱਗੇ ਹੋ, ਤੁਸੀਂ ਮੁਸਲਮਾਨ ਬਣ ਜਾਵੋ, ਇਸਲਾਮ ਮਤ ਕਬੂਲ ਕਰ ਲਵੋ, ਆਪਣੀ ਜਾਨ ਬਚਾਓ, ਮਨੁੱਖਾ ਜਾਮੇ ਨੂੰ ਬਚਾ ਕੇ ਰੱਖੋ। ਉਹ ਜਲਾਦ ਕਹਿੰਦਾ ਵੀ ਤੁਸੀਂ ਇੱਕ ਵਾਰੀ ਕਬੂਲ ਕਰ ਲਵੋ ਇਸਲਾਮ ਮਤ ਨੂੰ, ਘਰੇ ਜਾ ਕੇ ਦੁਬਾਰੇ ਫੇਰ ਸਿੱਖ ਬਣ ਜਾਣਾ, ਹੁਣ ਦੁਬਾਰੇ ਥੋੜ੍ਹੀ ਇਹ ਵੇਖਣ ਆਉਣਗੇ। ਭਾਈ ਮਣੀ ਸਿੰਘ ਜਵਾਬ ਦਿੰਦਾ ਹੈ, ਹੋ ਸਕਦਾ ਹੈ ਇਹ ਮਨੁੱਖਾ ਜਾਮਾ ਤਾਂ ਦੁਬਾਰੇ ਕਿਤੇ ਬੜੇ ਚਿਰਾਂ ਤੋਂ ਬਾਅਦ ਪ੍ਰਾਪਤ ਹੋ ਜਾਵੇ, ਪਰ ਸਿੱਖੀ ਦੀ ਦਾਤ ਦੁਬਾਰੇ ਪ੍ਰਾਪਤ ਨਹੀਂ ਹੋਣੀ। ਭਾਈ ਮਣੀ ਸਿੰਘ ਨੇ ਜਿਹੜੀਆਂ ਉਸ ਸਮੇਂ ਲੈਣਾ ਕਹੀਆਂ ਉਹ ਵਿਦਵਾਨਾਂ ਨੇ ਲਿਖੀਆਂ, ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ। ਮੇਰੇ ਲਈ ਆਪਣੇ ਸਰੀਰ ਤੋਂ ਜ਼ਿਆਦਾ ਸਿੱਖੀ ਜ਼ਿਆਦਾ ਕੀਮਤੀ ਹੈ ਤੇ ਮੈਂ ਉਸ ਸਿੱਖੀ ਨੂੰ ਕਮਾਉਣਾ ਹੈ। ਦੇਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲੈ ਕਬ ਕੋਏ। ਲੇਕਿਨ ਜੋ ਸਿੱਖੀ ਹੈ ਜੇਕਰ ਮੈਂ ਇਸ ਨੂੰ ਇੱਕ ਵਾਰੀ ਤਿਆਗ ਦਿੱਤਾ ਨਾ, ਇਹ ਦੁਬਾਰੇ ਪ੍ਰਾਪਤ ਨਹੀਂ ਹੋਣੀ। ਤੂੰ ਤਾਂ ਬੜੇ ਸੌਖੇ ਤਰੀਕੇ ਨਾਲ ਕਹਿ ਦਿੱਤਾ ਵੀ ਇੱਕ ਵਾਰੀ ਇਸਲਾਮ ਮਤ ਕਬੂਲ ਕਰ ਲੈ, ਘਰੇ ਜਾ ਕੇ ਫੇਰ ਸਿੱਖ ਬਣ ਜੀ। ਇਹ ਤਰੀਕਾ ਨਹੀਂ ਹੈ ਸਿੱਖੀ ਨੂੰ ਕਮਾਉਣ ਦਾ। ਸਿੱਖੀ ਦੇ ਸਿਧਾਂਤਾਂ ਨੂੰ ਛੱਡਿਆ ਨਹੀਂ ਜਾ ਸਕਦਾ, ਜੇ ਛੱਡ ਦਿੱਤਾ ਤਾਂ ਸਿੱਖੀ ਨਹੀਂ ਕਮਾਈ ਜਾਣੀ। ਆਖਰ ਭਾਈ ਮਣੀ ਸਿੰਘ ਨੇ ਉਸ ਜਲਾਦ ਵੱਲੋਂ ਜੋ ਵੀ ਗੱਲਾਂ ਕੀਤੀਆਂ ਗਈਆਂ ਜਾਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਵੀ ਇਸਲਾਮ ਮਤ ਕਬੂਲ ਕਰ ਲਓ, ਭਾਈ ਮਣੀ ਸਿੰਘ ਨੇ ਉਹਦੀਆਂ ਗੱਲਾਂ ਦਾ ਜਵਾਬ ਵੀ ਦਿੱਤਾ ਤੇ ਸਿੱਖੀ ਸਿਧਾਂਤਾਂ ਨੂੰ ਵੀ ਨਹੀਂ ਛੱਡਿਆ। ਤੇ ਹੁਕਮ ਇਹ ਹੋਇਆ ਸੀ ਜਲਾਦ ਨੂੰ ਵੀ ਭਾਈ ਮਣੀ ਸਿੰਘ ਦਾ ਬੰਦ ਕੱਟਣਾ ਹੈ। ਆਖਰ ਜਲਾਦ ਦੇ ਮਨ ਵਿੱਚ ਵੀ ਤਰਸ ਆਇਆ ਹੋਣਾ, 90 ਸਾਲ ਦਾ ਬਜ਼ੁਰਗ ਹੈ, ਬਹੁਤ ਵਡੇਰੀ ਉਮਰ ਦਾ, ਭਾਵੇਂ ਆਪਾਂ ਨੂੰ ਬੰਦ ਕੱਟਣ ਦਾ ਹੁਕਮ ਹੈ ਲੇਕਿਨ ਆਪਾਂ ਪੂਰੇ ਬੰਦ ਨਹੀਂ ਕੱਟਣੇ। ਉਸਨੇ ਟੋਕਾ ਚਲਾਉਣਾ ਚਾਹਿਆ ਗੁੱਟ ਤੇ, ਭਾਈ ਮਣੀ ਸਿੰਘ ਨੇ ਉਸ ਦਾ ਗੁੱਟ ਪਕੜ ਲਿਆ, ਕਹਿੰਦਾ ਨਹੀਂ ਤੈਨੂੰ ਹੁਕਮ ਹੋਇਆ ਬੰਦ ਕੱਟਣ ਦਾ,
ਤੇ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰਾ ਦੇ ਕੇ ਬੰਦ ਕਟਵਾਉਣ ਦਾ। ਜਿਵੇਂ ਤੈਨੂੰ ਹੁਕਮ ਹੋਇਆ ਤੂੰ ਆਪਣੇ ਮਾਲਕ ਦਾ ਹੁਕਮ ਮੰਨ, ਮੈਂ ਆਪਣੇ ਮਾਲਕ ਦਾ ਹੁਕਮ ਮੰਨਾਂਗਾ। ਪੋਟਿਆਂ ਤੋਂ ਬੰਦ ਸ਼ੁਰੂ ਹੁੰਦਾ। ਇਤਿਹਾਸ ਦੇ ਵਿੱਚ ਜ਼ਿਕਰ ਹੈ 64 ਵਾਰ ਟੋਕਾ ਚਲਾਇਆ ਗਿਆ ਇਸ ਤਰੀਕੇ ਦੇ ਨਾਲ, ਤੇ ਭਾਈ ਮਣੀ ਸਿੰਘ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ, ਜਾਂ ਭਾਈ ਮਣੀ ਸਿੰਘ ਨੇ ਇਸ ਤਰੀਕੇ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇਹ ਘਟਨਾ ਜੂਨ 1734 ਈਸਵੀ ਦੀ ਹੈ। ਜੂਨ ਦਾ ਮਹੀਨਾ ਸੀ 1734 ਈਸਵੀ ਨੂੰ ਭਾਈ ਮਣੀ ਸਿੰਘ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਤੇ ਭਾਈ ਮਣੀ ਸਿੰਘ ਦਾ ਜੇ ਆਪਾਂ ਸਮੁੱਚਾ ਜੀਵਨ ਪੜ੍ਹ ਕੇ ਵੇਖੀਏ, ਇਹ ਸਮੁੱਚਾ ਪਰਿਵਾਰ ਹੀ ਗੁਰੂ ਦੇ ਸਿਧਾਂਤਾਂ ਨੂੰ ਸਮਰਪਿਤ ਸੀ। ਇਸੇ ਕਰਕੇ ਹੀ ਸਮੁੱਚੇ ਪਰਿਵਾਰ ਨੇ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਾਰੇ ਭਰਾਵਾਂ ਨੇ, ਪੁੱਤਰਾਂ ਨੇ ਤੇ ਰਿਸ਼ਤੇਦਾਰ ਵੀ ਸਿੱਖੀ ਨੂੰ ਪ੍ਰਣਾਏ ਹੋਏ ਸਨ। ਲੱਖੀ ਸ਼ਾਹ ਵਣਜਾਰਾ ਉਸ ਦੀ ਲੜਕੀ ਹੀ ਹੈ ਜੋ ਭਾਈ ਮਣੀ ਸਿੰਘ ਨੂੰ ਵਿਆਹੀ ਹੋਈ ਹੈ, ਬਸੰਤ ਕੌਰ। ਤੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ ਆਪਣੇ ਘਰ ਨੂੰ ਅੱਗ ਲਾ ਕੇ। ਇਹ ਰਿਸ਼ਤੇਦਾਰੀ ਦੇ ਵਿੱਚ ਵੀ ਜੋ ਰਿਸ਼ਤੇਦਾਰ ਆ ਉਹ ਵੀ ਸਾਰੇ ਸਿੱਖੀ ਨੂੰ ਪ੍ਰਣਾਏ ਹੋਏ ਹਨ। ਸੋ ਅਗਲੀ ਇਤਿਹਾਸ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।